ਅੱਜ ਆਓ ਅਸੀਂ ਨਿਆਂ ਦਾ ਦਿਨ ਅਤੇ ਮੁਕਤੀ ਦਾ ਦਿਨ ਉਪਦੇਸ਼ ਲੇਖ ਨਾਲ ਬਾਈਬਲ ਵਿੱਚ ਪਰਮੇਸ਼ਰ ਦੀਆਂ ਸਿੱਖਿਆਵਾਂ ਦਾ ਅਧਿਐਨ ਕਰੀਏ। ਪਰਮੇਸ਼ਰ ਨੇ ਸਾਰੀ ਮਨੁੱਖ ਜਾਤੀ ਨੂੰ ਇਸ ਧਰਤੀ ਉੱਤੇ ਤੋਬਾ ਕਰਨ ਅਤੇ ਪਰਮੇਸ਼ਰ ਨੂੰ ਲੱਭਣ ਦਾ ਸਮਾਂ ਅਤੇ ਉਹਨਾਂ ਉੱਤੇ ਸਹੀ ਢੰਗ ਨਾਲ ਵਿਸ਼ਵਾਸ ਕਰਨ ਦਾ ਮੌਕਾ ਦਿੱਤਾ ਹੈ। ਉਹ ਦਿਨ ਆਵੇਗਾ ਜਦੋਂ ਉਹ ਹਰੇਕ ਵਿਅਕਤੀ ਦਾ ਉਸ ਦੇ ਕੰਮਾਂ ਅਨੁਸਾਰ ਨਿਆਂ ਕਰਨਗੇ ਅਤੇ ਸਵਰਗ ਵਿੱਚ ਪ੍ਰਵੇਸ਼ ਕਰਨ ਵਾਲਿਆਂ ਨੂੰ ਪ੍ਰਵੇਸ਼ ਨਾ ਕਰਨ ਵਾਲਿਆਂ ਤੋਂ ਵੱਖ ਕਰਨਗੇ। ਇਸ ਦਿਨ ਨੂੰ ਨਿਆਂ ਦਾ ਦਿਨ ਕਿਹਾ ਜਾਂਦਾ ਹੈ। ਨਿਆਂ ਦਾ ਦਿਨ ਉਹਨਾਂ ਲੋਕਾਂ ਦੇ ਨਜ਼ਰੀਏ ਤੋਂ ਜਿਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ ਮੁਕਤੀ ਦਾ ਦਿਨ ਹੈ। ਨਿਆਂ ਦਾ ਦਿਨ ਅਤੇ ਮੁਕਤੀ ਦਾ ਦਿਨ ਦੋ ਅਲੱਗ-ਅਲੱਗ ਦਿਨਾਂ ਵਿੱਚ ਨਹੀਂ ਹੋਵੇਗਾ। ਇਹ ਉਹਨਾਂ ਲੋਕਾਂ ਲਈ ਮੁਕਤੀ ਦਾ ਦਿਨ ਹੋਵੇਗਾ ਜਿਨ੍ਹਾਂ ਨੂੰ ਬਚਾਇਆ ਜਾਏਗਾ ਅਤੇ ਇਹ ਉਹਨਾਂ ਲਈ ਨਿਆਂ ਦਾ ਦਿਨ ਹੋਵੇਗਾ ਜੋ ਸਦੀਪਕ ਸਜ਼ਾ ਪ੍ਰਾਪਤ ਕਰਨਗੇ। ਫਿਰ ਸਾਨੂੰ ਇਸ ਗੱਲ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਪਰਮੇਸ਼ਵਰ ਇਹ ਨਿਰਧਾਰਿਤ ਕਰਨ ਲਈ ਕਿਹੜੇ ਮਾਪਦੰਡਾਂ ਦੀ ਵਰਤੋਂ ਕਰਨਗੇ ਕਿ ਉਹ ਨਿਆਂ ਦੇ ਦਿਨ ਨੂੰ ਸਜ਼ਾ ਦੇਣਗੇ ਜਾਂ ਮੁਕਤੀ। ਬਾਈਬਲ ਦੀਆਂ 66 ਕਿਤਾਬਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਪਰਮੇਸ਼ਰ ਉਹਨਾਂ ਲੋਕਾਂ ਨੂੰ ਮੁਕਤੀ ਦੀ ਕਿਰਪਾ ਪ੍ਰਦਾਨ ਕਰਨਗੇ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕਰਨ ਅਤੇ ਇਸ ਧਰਤੀ ਉੱਤੇ ਸੁੱਟੇ ਜਾਣ ਤੋਂ ਬਾਅਦ ਤੋਬਾ ਕੀਤੀ ਹੈ, ਪਰਮੇਸ਼ਰ ਦੀਆਂ ਸਿੱਖਿਆਵਾਂ ਦੀ ਵਫਾਦਾਰੀ ਨਾਲ ਪਾਲਣਾ ਕੀਤੀ ਹੈ ਅਤੇ ਗੁਆਚੇ ਹੋਏ ਸਵਰਗ ਦੇ ਰਾਜ ਦੀ ਵਡਿਆਈ ਨੂੰ ਮੁੜ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਪਰ ਜਿਹੜੇ ਲੋਕ ਇਹਨਾਂ ਕੰਮਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦੇ ਹਨ ਉਹਨਾਂ ਨੂੰ ਅੰਤ ਵਿੱਚ ਨਿਆਂ ਦਾ ਸਾਹਮਣਾ ਕਰਨਾ ਪਵੇਗਾ। ਫਿਰ ਸਾਨੂੰ ਇਹ ਸੋਚਦੇ ਹੋਏ ਅਤੀਤ ਵਿੱਚ ਹੋਏ ਇਤਿਹਾਸ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਉਹ ਕੀ ਹੈ ਜੋ ਪਰਮੇਸ਼ਰ ਨੂੰ ਖੁਸ਼ ਕਰਦਾ ਹੈ ਤੇ ਉਹ ਕੀ ਹੈ ਜੋ ਉਹਨਾਂ ਨੂੰ ਕ੍ਰੋਧਿਤ ਕਰਦਾ ਹੈ। ਸਾਨੂੰ ਪਰਮੇਸ਼ਰ ਦੀ ਇੱਛਾ ਨੂੰ ਸਹੀ ਢੰਗ ਨਾਲ ਸਮਝਣਾ ਚਾਹੀਦਾ ਹੈ। ਅਜਿਹਾ ਕਰਦੇ ਹੋਏ ਸਾਨੂੰ ਉਸ ਰਸਤੇ ਉੱਤੇ ਚੱਲਣ ਤੋਂ ਬਚਣਾ ਚਾਹੀਦਾ ਹੈ ਜੋ ਪਰਮੇਸ਼ਰ ਨੂੰ ਕ੍ਰੋਧਿਤ ਕਰਦਾ ਹੈ ਅਤੇ ਇਸ ਦੀ ਬਜਾਏ ਸਾਨੂੰ ਉਸ ਰਸਤੇ ਉੱਤੇ ਚੱਲਣਾ ਚਾਹੀਦਾ ਹੈ ਜੋ ਉਹਨਾਂ ਨੂੰ ਖੁਸ਼ ਕਰਦਾ ਹੈ ਨਾ। ਇਸ ਲਈ ਅੱਜ ਅਸੀਂ ਦੇਖਾਂਗੇ ਕਿ ਕਿਸ ਪ੍ਰਕਾਰ ਦੇ ਲੋਕਾਂ ਨੇ ਪਰਮੇਸ਼ਰ ਨੂੰ ਕ੍ਰੋਧਿਤ ਕੀਤਾ ਅਤੇ ਇਹਨਾਂ ਲੋਕਾਂ ਨੇ ਕਿਸ ਪ੍ਰਕਾਰ ਦੇ ਕੰਮ ਕੀਤੇ ਜਿਸ ਨਾਲ ਪਰਮੇਸ਼ਰ ਦਾ ਗੁੱਸਾ ਉਹਨਾਂ ਉੱਤੇ ਪਿਆ। ਸਭ ਤੋਂ ਪਹਿਲਾਂ ਮੱਤੀ ਦੇ ਅਧਿਆਇ 26 ਵਿੱਚ ਆਓ ਅਸੀਂ ਯਹੂਦਾ ਇਸਕਰਿਓਤੀ ਦੇ ਮਾਮਲੇ ਉੱਤੇ ਇੱਕ ਨਜ਼ਰ ਪਾਈਏ ਜਿਸ ਨੇ ਪਰਮੇਸ਼ਰ ਨਾਲ ਧੋਖਾ ਕੀਤਾ। ਮੱਤੀ ਅਧਿਆਇ 26 ਵਚਨ 20। ਜਾਂ ਸਾਂਝ ਹੋਈ ਤਾਂ ਉਹ 12 ਚੇਲਿਆਂ ਸਣੇ ਬੈਠਾ ਖਾਂਦਾ ਸੀ ਔਰ ਜਦੋਂ ਖਾ ਰਹੇ ਸਨ ਉਸਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ। ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹਨੂੰ ਆਖਣ ਲੱਗਾ, ਪ੍ਰਭੂ ਜੀ ਕੀ ਉਹ ਮੈਂ ਹਾਂ? ਉਹਨੇ ਉੱਤਰ ਦਿੱਤਾ, ਜਿਹਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ ਉਹ ਮੈਨੂੰ ਫੜਵਾਏਗਾ। ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹਦੇ ਹੱਕ ਵਿੱਚ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹਦੀ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ। ਉਸ ਲਈ ਕੀ ਭਲਾ ਹੁੰਦਾ? ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਿਜ ਜੰਮਦਾ। ਬਾਈਬਲ ਅਨੁਸਾਰ ਯਹੂਦਾ ਇਸਕਰਿਓਤੀ ਦੇ ਯੀਸ਼ੂ ਨੂੰ ਧੋਖਾ ਦੇਣ ਅਤੇ ਵੇਚਣ ਦਾ ਇੱਕ ਕਾਰਨ ਇਹ ਸੀ ਕਿ ਯੀਸ਼ੂ ਦੇ ਸਾਰੇ ਕੰਮਾਂ ਨੇ ਉਸ ਦੀ ਉਮੀਦਾਂ ਨੂੰ ਸੰਤੁਸ਼ਟ ਨਹੀਂ ਕੀਤਾ। ਯੀਸ਼ੂ ਜਿੱਥੇ ਕਿਤੇ ਵੀ ਗਏ ਉੱਥੇ ਅਜਿਹੇ ਲੋਕ ਸੀ ਜਿਨ੍ਹਾਂ ਨੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕੀਤਾ। ਦੂਜੇ ਪਾਸੇ ਅਜਿਹੇ ਲੋਕ ਵੀ ਸੀ ਜਿਨ੍ਹਾਂ ਨੇ ਉਹਨਾਂ ਦੀ ਨਿੰਦਿਆ ਕੀਤੀ ਅਤੇ ਉਹਨਾਂ ਨੂੰ ਰੋਕਿਆ। ਅਜਿਹੇ ਲੋਕ ਸੀ ਜਿਨ੍ਹਾਂ ਨੇ ਯੀਸ਼ੂ ਦੀ ਵਡਿਆਈ ਕੀਤੀ ਸੀ ਅਤੇ ਅਜਿਹੇ ਲੋਕ ਵੀ ਸੀ ਜਿਨ੍ਹਾਂ ਨੇ ਉਹ ਨਹੀਂ ਕੀਤਾ। ਭਾਵੇਂ ਯੀਸ਼ੂ ਦੀ ਨਿੰਦਿਆ ਕੀਤੀ ਗਈ ਉਹ ਚੁੱਪ ਰਹੇ ਅਤੇ ਉਹਨਾਂ ਨੂੰ ਸਿਰਫ ਮਨੁੱਖ ਜਾਤੀ ਦੀ ਮੁਕਤੀ ਦੀ ਚਿੰਤਾ ਸੀ। ਯਹੂਦਾ ਇਸਕਰਿਓਤੀ ਨੇ ਯੀਸ਼ੂ ਤੋਂ ਉਹਨਾਂ ਸਾਰੇ ਰੋਮੀਆਂ ਨੂੰ ਇੱਕ ਪਲ ਵਿੱਚ ਨਸ਼ਟ ਕਰਨ ਦੀ ਉਮੀਦ ਕੀਤੀ ਸੀ ਜਿਨ੍ਹਾਂ ਨੇ ਇਸਰਾਈਲੀਆਂ ਉੱਤੇ ਅਤਿਆਚਾਰ ਕੀਤਾ ਸੀ। ਉਸਨੇ ਉਮੀਦ ਕੀਤੀ ਸੀ ਕਿ ਯੀਸ਼ੂ ਇਸਰਾਈਲੀਆਂ ਲਈ ਇੱਕ ਦਿਨ ਰੋਮੀ ਸਾਮਰਾਜ ਦਾ ਨਾਸ਼ ਕਰ ਦੇਣਗੇ। ਉਹਨਾਂ ਨੇ ਉਮੀਦ ਕੀਤੀ ਕਿ ਮਸੀਹ ਇੱਕ ਸ਼ਕਤੀਸ਼ਾਲੀ ਯੋਧਾ ਹੋਵੇਗਾ ਜੋ ਪ੍ਰਤਿਭਾ ਨਾਲ ਭਰਪੂਰ ਹੋਵੇਗਾ। ਉਹਨਾਂ ਕੋਲ ਮਜ਼ਬੂਤ ਅਗਵਾਈ ਦੀ ਹੁਨਰ ਹੋਵੇਗਾ ਅਤੇ ਉਹ ਯੁੱਧ ਵਿੱਚ ਜਿੱਤਣਗੇ। ਪਰ ਉਸਨੇ ਯੀਸ਼ੂ ਵਿੱਚ ਉਹਨਾਂ ਵਿਸ਼ੇਸ਼ਤਾਵਾਂ ਨੂੰ ਨਹੀਂ ਲੱਭਿਆ। ਇਸ ਦੇ ਬਜਾਏ ਯੀਸ਼ੂ ਹਮੇਸ਼ਾ ਬਹੁਤ ਦਿਆਲੂ, ਨਿਮਰ ਅਤੇ ਸ਼ਾਂਤੀਪੂਰਨ ਸੀ। ਉਹਨਾਂ ਨੇ ਸਿਰਫ ਪਰਮੇਸ਼ਰ ਦੇ ਅਦਿੱਖ ਰਾਜ ਬਾਰੇ ਗੱਲ ਕੀਤੀ। ਇਸ ਕਰਕੇ ਯੀਸ਼ੂ ਉੱਤੇ ਯਹੂਦਾ ਇਸਕਰਿਓਤੀ ਦਾ ਵਿਸ਼ਵਾਸ ਕਮਜ਼ੋਰ ਹੁੰਦਾ ਗਿਆ। ਸ਼ੁਰੂਆਤ ਵਿੱਚ ਉਸ ਨੂੰ ਯੀਸ਼ੂ ਉੱਤੇ ਇੰਨਾ ਪੱਕਾ ਵਿਸ਼ਵਾਸ ਸੀ ਕਿ ਉਹ ਰਸੂਲਾਂ ਵਿੱਚੋਂ ਇੱਕ ਬਣਨ ਦੇ ਯੋਗ ਸੀ, ਹੈ ਨਾ?
ਪਰ ਜਿਵੇਂ ਜਿਵੇਂ ਉਸਨੇ ਯੀਸ਼ੂ ਨੂੰ ਧਿਆਨ ਨਾਲ ਦੇਖਣਾ ਜਾਰੀ ਰੱਖਿਆ, ਉਸਨੇ ਸਿੱਟਾ ਕੱਢਿਆ ਕਿ ਯੀਸ਼ੂ ਉਸ ਤੋਂ ਵੱਖਰੇ ਨਹੀਂ ਹਨ। ਯੀਸ਼ੂ ਉਸ ਦੀਆਂ ਨਜ਼ਰਾਂ ਵਿੱਚ ਉਸ ਤੋਂ ਬਿਹਤਰ ਨਹੀਂ ਲੱਗ ਰਹੇ ਸੀ। ਇਸ ਲਈ ਉਸਨੇ ਮਹਾਜਾਜਕਾਂ ਨਾਲ ਮਿਲ ਕੇ ਯੀਸ਼ੂ ਨੂੰ 30 ਚਾਂਦੀ ਦੇ ਸਿੱਕਿਆਂ ਦੀ ਕੀਮਤ ਉੱਤੇ ਵੇਚਣ ਦੀ ਯੋਜਨਾ ਬਣਾਈ। ਪਰਮੇਸ਼ਵਰ ਸਾਨੂੰ ਪੁੱਛ ਰਹੇ ਹਨ, ਤੁਹਾਨੂੰ ਕੀ ਲੱਗਦਾ ਹੈ ਕਿ ਨਿਆਂ ਦੇ ਦਿਨ ਯਹੂਦਾ ਇਸਕਰਿਓਤੀ ਦਾ ਕੀ ਹੋਵੇਗਾ? ਉਹ ਕਿੱਥੇ ਖੜਾ ਹੋਵੇਗਾ? ਯਹੂਦਾ ਇਸਕਰਿਓਤੀ ਦੇ ਅੰਤਮ ਨਤੀਜੇ ਨੂੰ ਦੇਖਦੇ ਹੋਏ ਯੀਸ਼ੂ ਨੇ ਕਿਹਾ, ਉਸਨੇ ਸਵਰਗ ਵਿੱਚ ਕੀਤੇ ਗਏ ਪਾਪਾਂ ਲਈ ਜੋ ਭੁਗਤਾਨ ਕਰਨਾ ਹੈ ਉਹ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਹੈ, ਪਰ ਹੁਣ ਉਸ ਨੂੰ ਇਸ ਧਰਤੀ ਉੱਤੇ ਕੀਤੇ ਗਏ ਪਾਪ ਲਈ ਵੀ ਭੁਗਤਾਨ ਕਰਨਾ ਪਵੇਗਾ। ਜੇਕਰ ਉਸ ਦਾ ਜਨਮ ਨਾ ਹੁੰਦਾ ਤਦ ਚੰਗਾ ਹੁੰਦਾ। ਯੀਸ਼ੂ ਸਾਡੇ ਵਿੱਚੋਂ ਇੱਕ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਏ। ਉਹਨਾਂ ਨੇ ਖਾਧਾ ਜਿਵੇਂ ਅਸੀਂ ਕਰਦੇ ਹਾਂ, ਗੱਲਾਂ ਕੀਤੀਆਂ ਜਿਵੇਂ ਅਸੀਂ ਕਰਦੇ ਹਾਂ ਅਤੇ ਸਿੱਖਿਆ ਦੇਣ ਲਈ ਬਾਈਬਲ ਦੇ ਵਚਨਾਂ ਦੀ ਵਰਤੋਂ ਕੀਤੀ। ਫਿਰ ਯਹੂਦਾ ਇਸਕਰਿਓਤੀ ਆਪਣੇ ਆਪ ਨੂੰ ਯੀਸ਼ੂ ਨਾਲੋਂ ਬਿਹਤਰ ਮੰਨਣ ਲੱਗਾ। ਜਦੋਂ ਰੋਮੀ ਸਿਪਾਹੀਆਂ ਨੇ ਟੈਕਸ ਇਕੱਠਾ ਕੀਤਾ ਤਦ ਯੀਸ਼ੂ ਨੇ ਉਹਨਾਂ ਨੂੰ ਟੈਕਸ ਵੀ ਦਿੱਤਾ। ਯਹੂਦਾ ਇਸਕਰਿਓਤੀ ਦੀਆਂ ਨਜ਼ਰਾਂ ਵਿੱਚ ਯੀਸ਼ੂ ਉਸ ਮਸੀਹ ਵਾਂਗ ਨਹੀਂ ਸੀ ਜਿਸ ਕੋਲ ਸਰਵ ਸ਼ਕਤੀਮਾਨ ਪਰਮੇਸ਼ਰ ਵਾਂਗ ਸ਼ਕਤੀ ਹੈ। ਯੀਸ਼ੂ ਉਸ ਦੀਆਂ ਉਮੀਦਾਂ ਤੋਂ ਵੱਖਰੇ ਸੀ, ਇਸ ਲਈ ਉਸਨੇ ਅੰਤ ਵਿੱਚ ਯੀਸ਼ੂ ਨੂੰ ਵੇਚ ਦਿੱਤਾ। ਆਓ ਅਸੀਂ ਇੱਕ ਵਾਰ ਫਿਰ ਯਾਦ ਰੱਖੀਏ ਕਿ ਯਹੂਦਾ ਇਸਕਰਿਓਤੀ ਵਰਗੇ ਲੋਕ ਪਰਮੇਸ਼ਰ ਨੂੰ ਗੁੱਸੇ ਕਰਨਗੇ ਅਤੇ ਅੰਤ ਵਿੱਚ ਅਜਿਹੇ ਲੋਕਾਂ ਦਾ ਨਿਆਂ ਕੀਤਾ ਜਾਵੇਗਾ। ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਨੂੰ ਅਜਿਹੇ ਰਸਤੇ ਉੱਤੇ ਕਦੇ ਨਹੀਂ ਚੱਲਣਾ ਚਾਹੀਦਾ। ਉਸਨੇ 30 ਚਾਂਦੀ ਦੇ ਸਿੱਕਿਆਂ ਲਈ ਪ੍ਰਭੂ ਨੂੰ, ਜਿਨ੍ਹਾਂ ਨੇ ਉਸ ਨੂੰ ਆਪਣੇ ਲਹੂ ਨਾਲ ਮੁੱਲ ਲਿਆ ਸੀ, ਵੇਚਣ ਦਾ ਅਜਿਹਾ ਬੁਰਾ ਕੰਮ ਕੀਤਾ। ਪਰਮੇਸ਼ਰ ਦੇ ਨਿਆਂ ਦੇ ਦਿਨ ਪਰਮੇਸ਼ਰ ਵਾਰ-ਵਾਰ ਕਹਿਣਗੇ, ਜੇਕਰ ਉਸ ਦਾ ਜਨਮ ਨਾ ਹੋਇਆ ਹੁੰਦਾ ਤਦ ਚੰਗਾ ਹੁੰਦਾ। ਇਹ ਬਿਹਤਰ ਹੁੰਦਾ ਕਿ ਉਹ ਯੀਸ਼ੂ ਤੇ ਵਿਸ਼ਵਾਸ ਨਾ ਕਰਦਾ ਤੇ ਸਭ ਤੋਂ ਪਹਿਲਾਂ ਉਸ ਦਾ ਪਿੱਛਾ ਨਾ ਕਰਦਾ। ਤਦ ਉਸਨੇ ਉਹਨਾਂ ਉੱਤੇ ਵਿਸ਼ਵਾਸ ਨਾ ਕਰਨ ਤੋਂ ਇਲਾਵਾ ਹੋਰ ਕੋਈ ਪਾਪ ਨਹੀਂ ਕੀਤਾ ਹੋਵੇਗਾ। ਯੀਸ਼ੂ ਨੂੰ ਪੈਸਿਆਂ ਲਈ ਵੇਚਣ ਦਾ ਉਸ ਦਾ ਦੁਸ਼ਟ ਪਾਪ, ਕਿਉਂਕਿ ਉਹ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ, ਨਿਆਂ ਦੇ ਦਿਨ ਸਭ ਤੋਂ ਭਿਆਨਕ ਪਾਪ ਦੇ ਰੂਪ ਵਿੱਚ ਪ੍ਰਗਟ ਹੋਵੇਗਾ। ਜਦੋਂ ਅਸੀਂ ਪੁਰਾਣੇ ਨੇਮ ਦੇ ਇਤਿਹਾਸ ਨੂੰ ਦੇਖਦੇ ਹਾਂ ਤਦ ਅਸੀਂ ਬਿਲਾਮ ਨਾਮ ਦੇ ਇੱਕ ਹੋਰ ਦੁਸ਼ਟ ਨਬੀ ਨੂੰ ਲੱਭ ਸਕਦੇ ਹਾਂ। ਉਸ ਨੂੰ ਮੁਆਬ ਦੇ ਰਾਜੇ ਬਲਾਕ ਦੁਆਰਾ ਸੱਦਿਆ ਗਿਆ ਸੀ ਅਤੇ ਉਸ ਨੂੰ ਇਸਰਾਏਲੀਆਂ ਨੂੰ ਸ਼ਰਾਪ ਦੇਣ ਲਈ ਕਿਹਾ ਗਿਆ ਸੀ, ਭਾਵੇਂ ਉਹ ਇੱਕ ਨਬੀ ਸੀ। ਪਰ ਸ਼ੁਰੂਆਤ ਵਿੱਚ ਉਸਨੇ ਕਈ ਵਾਰ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਸਭ ਤੋਂ ਪਹਿਲਾਂ ਉਸਨੇ ਕਿਹਾ, ਪਰਮੇਸ਼ਰ ਦੇ ਲੋਕਾਂ ਨੂੰ ਸ਼ਰਾਪ ਦੇਣ ਦੀ ਹਿੰਮਤ ਮੈਂ ਕਿਵੇਂ ਕਰ ਸਕਦਾ ਹਾਂ। ਆਖਰਕਾਰ ਉਸਨੇ ਇੱਕ ਬਹੁਤ ਹੀ ਬੁਰੀ ਯੋਜਨਾ ਬਣਾਈ ਜਿਸ ਦੇ ਨਤੀਜੇ ਵਜੋਂ ਪਰਮੇਸ਼ਰ ਦੇ ਲੋਕ ਸ਼ਰਾਪਿਤ ਹੋਏ। ਉਸਨੇ ਰਾਜਾ ਬਲਾਕ ਨੂੰ ਯੋਜਨਾ ਬਾਰੇ ਦੱਸਿਆ। ਬਿਲਾਮ ਨਬੀ ਨੇ ਰਾਜਾ ਬਲਾਕ ਦੁਆਰਾ ਇਸਰਾਏਲੀਆਂ ਦੇ ਸਾਹਮਣੇ ਇੱਕ ਫਾਂਸੀ ਲਗਾਈ ਤਾਂ ਜੋ ਉਹ ਮੂਰਤੀਆਂ ਉੱਤੇ ਚੜਾਏ ਗਏ ਭੋਜਨ ਨੂੰ ਖਾਣ ਅਤੇ ਵਿਭਚਾਰ ਕਰਨ। ਇਸ ਨੇ ਪਰਮੇਸ਼ਵਰ ਨੂੰ ਕ੍ਰੋਧਿਤ ਕੀਤਾ ਅਤੇ ਇਸਰਾਏਲੀਆਂ ਉੱਤੇ ਉਹਨਾਂ ਦਾ ਗੁੱਸਾ ਭੜਕ ਉੱਠਿਆ, ਜਿਸ ਨਾਲ ਇੱਕ ਦਿਨ ਵਿੱਚ 24,000 ਲੋਕ ਮਾਰੇ ਗਏ। ਸਾਨੂੰ ਇਸ ਪਿਛਲੇ ਇਤਿਹਾਸ ਨੂੰ ਸਾਡੇ ਨਾਲ ਕੋਈ ਗੈਰ ਸੰਬੰਧਿਤ ਨਹੀਂ ਮੰਨਣਾ ਚਾਹੀਦਾ। ਇਸ ਦੀ ਬਜਾਏ ਸਾਨੂੰ ਇਹ ਸੋਚਦੇ ਹੋਏ ਆਪਣੇ ਆਪ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਮੇਰੀ ਆਤਮਾ ਇਸ ਨੂੰ ਮਹਿਸੂਸ ਕੀਤੇ ਬਿਨਾਂ ਪਰਮੇਸ਼ਰ ਦੇ ਕ੍ਰੋਧ ਨੂੰ ਭੜਕਾਉਣ ਦੀ ਸਥਿਤੀ ਵਿੱਚ ਤਾਂ ਨਹੀਂ ਖੜੀ ਹੈ, ਤਾਂ ਜੋ ਅਸੀਂ ਪਰਮੇਸ਼ਰ ਦੇ ਸਾਹਮਣੇ ਧਰਮੀਆਂ ਦੇ ਰੂਪ ਵਿੱਚ ਖੜੇ ਹੋ ਸਕੀਏ। ਸਾਨੂੰ ਨਿਆਂ ਦੇ ਦਿਨ ਨੂੰ ਮੁਕਤੀ ਦੇ ਦਿਨ ਵਿੱਚ ਬਦਲਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਅਸੀਂ ਗਿਣਤੀ ਅਧਿਆਇ 25 ਵਚਨ 1 ਪੜ੍ਹੀਏ। ਜਦ ਇਸਰਾਏਲੀ ਸ਼ਿਤਿਮ ਵਿੱਚ ਵਸਦੇ ਸਨ ਤਦ ਲੋਕ ਮੁਆਬ ਦੀਆਂ ਕੁੜੀਆਂ ਨਾਲ ਜਨਾਹ ਕਰਨ ਲੱਗ ਪਏ। ਜਦੋਂ ਉਹਨਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਦੀਆਂ ਬਲੀਆਂ ਉੱਤੇ ਬੁਲਾਇਆ ਤਾਂ ਲੋਕਾਂ ਨੇ ਖਾਧਾ ਅਤੇ ਉਹਨਾਂ ਨੇ ਦੇਵਤਿਆਂ ਅੱਗੇ ਮੱਥਾ ਟੇਕਿਆ। ਸੋ ਇਸਰਾਏਲ ਪੋਰ ਦੇ ਬਾਲ ਦੇਵ ਨਾਲ ਰਲ ਗਿਆ ਤਾਂ ਯਹੋਵਾ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ। ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, ਲੋਕਾਂ ਦੇ ਸਾਰੇ ਮੁਖੀਆਂ ਨੂੰ ਲੈ ਕੇ ਯਹੋਵਾ ਦੇ ਅੱਗੇ ਧੁੱਪ ਵਿੱਚ ਟੰਗ ਦੇ ਤਾਂ ਜੋ ਯਹੋਵਾ ਦੇ ਕ੍ਰੋਧ ਦਾ ਤੱਤ ਇਸਰਾਏਲ ਤੋਂ ਟਲ ਜਾਵੇ। ਤਾਂ ਮੂਸਾ ਨੇ ਇਸਰਾਏਲ ਦੇ ਨਿਆਂਕਾਰਾਂ ਨੂੰ ਆਖਿਆ, ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਾਲਪੋਰ ਨਾਲ ਰਲ ਗਏ ਹਨ ਵੱਢ ਸੁੱਟੇ। ਤਾਂ ਵੇਖੋ, ਇੱਕ ਇਸਰਾਏਲੀ ਮਨੁੱਖ ਆਇਆ ਅਤੇ ਆਪਣੇ ਭਰਾਵਾਂ ਲਈ ਇੱਕ ਮਿਦਿਆਨਨ ਨੂੰ ਮੂਸਾ ਦੇ ਵੇਖਦਿਆਂ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਤੇ ਜਦ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ ਲੈ ਆਇਆ। ਜਾਂ ਹਾਰੂਨ ਜਾਜਕ ਦੇ ਪੋਤੇ ਅਲਾਜ਼ਰ ਦੇ ਪੁੱਤਰ ਫਿਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜਾ ਲਿਆ
ਅਤੇ ਉਸ ਇਸਰਾਇਲੀ ਮਨੁੱਖ ਦੇ ਪਿੱਛੇ ਚਾਨਣ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਇਲੀ ਮਨੁੱਖ ਅਤੇ ਉਸ ਤੀਵੀ ਦੇ ਢਿੱਡ ਨੂੰ ਵਿਨੇ ਸੁੱਟਿਆ ਤਾਂ ਇਸਰਾਇਲੀਆਂ ਤੋਂ ਵਵਾ ਡੁੱਕ ਗਈ। ਬਿਲਾਮ ਨੇ ਰਾਜਾ ਬਲਾਕ ਨੂੰ ਸਲਾਹ ਦਿੱਤੀ ਸੀ ਕਿ ਮੋਆਬੀ ਔਰਤਾਂ ਦੀ ਵਰਤੋਂ ਕਰਕੇ ਜੋ ਚਮਕਦਾਰ ਕੱਪੜੇ ਪਹਿਨਦੀਆਂ ਹਨ ਨੌਜਵਾਨ ਇਸਰਾਇਲੀਆਂ ਨੂੰ ਪਰਮਾਵੇ। ਇਨ੍ਹਾਂ ਔਰਤਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਮੂਰਤੀਆਂ ਦੀਆਂ ਪੂਜਾ ਕਰਵਾ ਕੇ ਪਰਮੇਸ਼ਰ ਦੇ ਵਿਰੁੱਧ ਪਾਪ ਕਰਨ ਲਈ ਚਲਾਕੀ ਨਾਲ ਕੰਮ ਕੀਤਾ, ਜਿਸ ਦੇ ਕਾਰਨ ਇਸਰਾਇਲੀਆਂ ਉੱਤੇ ਪਰਮੇਸ਼ਰ ਦਾ ਸ਼ਰਾਪ ਆਇਆ। ਇਸ ਦੇ ਸੰਬੰਧ ਵਿੱਚ ਆਓ ਅਸੀਂ ਗਿਣਤੀ ਅਧਿਆਇ 31 ਵਚਨ 16 ਦੇਖੀਏ। ਵੇਖੋ, ਇਹ ਉਹ ਹਨ ਜਿਨ੍ਹਾਂ ਨੇ ਇਸਰਾਇਲੀਆਂ ਨੂੰ ਬਿਲਾਮ ਦੀ ਸਲਾਹ ਨਾਲ ਪੋਰ ਦੀ ਗੱਲ ਵਿੱਚ ਯਹੋਵਾ ਦੇ ਵਿਰੁੱਧ ਅਪਰਾਧੀ ਬਣਾਇਆ ਤਾਂ ਵਵਾ ਯਹੋਵਾ ਦੀ ਮੰਡਲੀ ਵਿੱਚ ਪਈ। ਬਾਈਬਲ ਵਿੱਚ ਲਿਖਿਆ ਹੈ ਕਿ ਜਦੋਂ ਫਿਨਹਾਸ ਨੇ ਪਰਮੇਸ਼ਰ ਦੀ ਜਗ੍ਹਾ ਤੇ ਉਹਨਾਂ ਉੱਤੇ ਪਵਿੱਤਰ ਕਰੋਧ ਕੀਤਾ ਤਦ ਇਸਰਾਇਲੀਆਂ ਵਿਰੁੱਧ ਵਵਾ ਖਤਮ ਹੋ ਗਈ। ਉੱਪਰ ਦੱਸੇ ਵਚਨ ਅਨੁਸਾਰ ਬਿਲਾਮ ਦੀ ਸਲਾਹ ਕੀ ਸੀ? ਉਸਨੇ ਇਸਰਾਇਲੀਆਂ ਲਈ ਇੱਕ ਫੰਦਾ ਬਣਾਇਆ ਜਿਸ ਨਾਲ ਉਹ ਵਿਚਾਰ ਕਰਨ ਅਤੇ ਮੂਰਤੀਆਂ ਉੱਤੇ ਬਲੀ ਕੀਤੇ ਗਏ ਭੋਜਨ ਨੂੰ ਖਾਣ। ਉਸਨੇ ਮੁਆਬੀ ਔਰਤਾਂ ਦੀ ਵਰਤੋਂ ਕੀਤੀ ਤਾਂ ਜੋ ਉਹ ਆਪਣੀ ਸੁੰਦਰਤਾ ਨਾਲ ਉਹਨਾਂ ਨੂੰ ਭਰਮਾਉਣ। ਇਹ ਉਹਨਾਂ ਘਟਨਾਵਾਂ ਵਿੱਚੋਂ ਇੱਕ ਹੈ ਜੋ 3500 ਸਾਲ ਪਹਿਲਾਂ ਹੋਈਆਂ ਸੀ ਜਦੋਂ ਇਸਰਾਇਲੀ ਉਜਾੜ ਵਿੱਚ ਭਟਕ ਰਹੇ ਸੀ। ਪ੍ਰਕਾਸ਼ ਦੀ ਪੋਥੀ ਵਿੱਚ ਇਸ ਦਾ ਜ਼ਿਕਰ ਕਰਦੇ ਹੋਏ ਪਰਮੇਸ਼ਰ ਨੇ ਸਾਨੂੰ ਇਸ ਘਟਨਾ ਨੂੰ ਯਾਦ ਕਰਵਾਇਆ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 2 ਵਿੱਚ ਜਾ ਕੇ ਇਸ ਦੀ ਪੁਸ਼ਟੀ ਕਰੀਏ। ਨਿਆਂ ਦਾ ਦਿਨ ਆਉਣ ਤੋਂ ਬਾਅਦ ਸਵਰਗ ਦੇ ਰਾਜ ਵਿੱਚ ਮੁੜਨ ਲਈ ਦੂਸਰਾ ਮੌਕਾ ਨਹੀਂ ਹੋਵੇਗਾ ਅਤੇ ਤੌਬਾ ਕਰਨ ਲਈ ਕੋਈ ਦੂਸਰਾ ਯੁੱਗ ਨਹੀਂ ਹੋਵੇਗਾ। ਸਾਨੂੰ ਜ਼ਿਆਦਾ ਚੌਕਸ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਲੋਕਾਂ ਦੇ ਪੱਖ ਵਿੱਚ ਨਾ ਖੜੀਏ ਜਿਨ੍ਹਾਂ ਦਾ ਨਿਆਂ ਕੀਤਾ ਜਾਏਗਾ, ਪਰ ਉਹਨਾਂ ਲੋਕਾਂ ਦਾ ਹਿੱਸਾ ਬਣੀਏ ਜਿਨ੍ਹਾਂ ਨੂੰ ਬਚਾਇਆ ਜਾਏਗਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 2 ਵਚਨ 14 ਵੱਲ ਚੱਲੀਏ। ਪਰ ਤਾਂ ਵੀ ਤੇਰੇ ਉੱਤੇ ਮੈਨੂੰ ਥੋੜਾ ਬਹੁਤਾ ਗਿਲਾ ਹੈ। ਭਾਈ ਉੱਥੇ ਤੇਰੇ ਕੋਲ ਉਹ ਹਨ ਜਿਨ੍ਹਾਂ ਬਿਲਾਮ ਦੀਆਂ ਸਿੱਖਿਆ ਧਾਰੀ ਹੈ, ਜਿਨ੍ਹਾਂ ਨੇ ਬਲਾਕ ਨੂੰ, ਬਿਲਾਮ ਪਰਮੇਸ਼ਰ ਦਾ ਨਬੀ ਸੀ ਅਤੇ ਬਲਾਕ ਮੁਆਬੀਆਂ ਦਾ ਰਾਜਾ ਸੀ। ਬਿਲਾਮ ਨੇ ਬਲਾਕ ਨੂੰ ਕੀ ਕਰਨਾ ਸਿਖਾਇਆ? ਸਿੱਖਿਆ ਦਿੱਤੀ ਸੀ ਜੋ ਇਸਰਾਇਲੀਆਂ ਦੇ ਵੰਸ਼ ਦੇ ਅੱਗੇ ਠੇਡੇ ਲਾਉਣ ਵਾਲੀ ਵਸਤੂ ਸੱਟ ਦੇਵੇ। ਭਾਈ ਉਸਨੇ ਉਹਨਾਂ ਨੂੰ ਪਾਪ ਕਰਨ ਲਈ ਕਿਵੇਂ ਲੁਭਾਇਆ? ਉਹ ਮੂਰਤੀਆਂ ਦੇ ਚੜਾਵੇ ਖਾਣ ਅਤੇ ਹਰਾਮਕਾਰੀ ਕਰਨ। ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਨ੍ਹਾਂ ਨਿਕੋਲਾਈਆਂ ਦੀ ਸਿੱਖਿਆ ਉਵੇਂ ਹੀ ਧਾਰੀ ਹੈ। ਇਸ ਲਈ ਤੌਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਰ ਆਪਣਾ ਕ੍ਰੋਧ ਪ੍ਰਗਟ ਕਰਨਗੇ? ਸਾਨੂੰ ਬਿਲਾਮ ਦੀ ਸਲਾਹ ਵਾਂਗ ਬੁਰੀਆਂ ਯੋਜਨਾਵਾਂ ਵਿੱਚ ਕਦੇ ਨਹੀਂ ਪੈਣਾ ਚਾਹੀਦਾ। ਬਿਲਾਮ ਨੂੰ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਵਚਨ ਪ੍ਰਤੀ ਸਮਰਪਿਤ ਰਹਿਣ ਅਤੇ ਸਦੀਪਕ ਸਵਰਗ ਰਾਜ ਦੀ ਆਸ ਰੱਖਣ ਵਿੱਚ ਮਦਦ ਕਰਨੀ ਸੀ, ਪਰ ਉਸਨੇ ਉਹਨਾਂ ਲਈ ਔਰਤਾਂ ਦੁਆਰਾ ਭਰਮਾਏ ਜਾਣ ਅਤੇ ਮੂਰਤੀਆਂ ਉੱਤੇ ਚੜਾਏ ਗਏ ਭੋਜਨਾਂ ਨੂੰ ਖਾਣ ਲਈ ਇੱਕ ਯੋਜਨਾ ਤਿਆਰ ਕੀਤੀ। ਉਹ ਮੂਰਤੀਆਂ ਦੀਆਂ ਪੂਜਾ ਕਰਕੇ ਨਾਸ਼ ਹੋ ਗਏ। ਇਸਰਾਇਲੀਆਂ ਦੇ ਖਿਲਾਫ ਕਿਸ ਨੇ ਸਲਾਹ ਦਿੱਤੀ ਜਿਸ ਕਰਕੇ ਉਹਨਾਂ ਦੀ ਜ਼ਮੀਰ ਗਵਾਚ ਗਈ? ਉਹ ਬਿਲਾਮ ਨਾਮ ਦਾ ਇੱਕ ਨਬੀ ਸੀ। ਜਦੋਂ ਬਲਾਕ ਰਾਜੇ ਨੇ ਉਸ ਨੂੰ ਇਸਰਾਇਲੀਆਂ ਨੂੰ ਸ਼ਰਾਪ ਦੇਣ ਲਈ ਕਿਹਾ ਤਦ ਉਹ ਰਾਜੇ ਦੀ ਬੇਨਤੀ ਨੂੰ ਅਸਵੀਕਾਰ ਨਹੀਂ ਕਰ ਸਕਿਆ। ਉਸਨੇ ਇਸਰਾਇਲੀਆਂ ਨੂੰ ਫੰਦੇ ਵਿੱਚ ਫਸਾਉਣ ਲਈ ਇੱਕ ਬੁਰੀ ਯੋਜਨਾ ਬਣਾਈ ਅਤੇ ਬਲਾਕ ਰਾਜੇ ਨੂੰ ਸਲਾਹ ਦਿੱਤੀ। ਸਾਰੇ ਲੋਕੋ, ਪਰਮੇਸ਼ਰ ਨੇ ਕਿਹਾ ਕਿ ਉਹ ਖੁਦ ਉਹਨਾਂ ਲੋਕਾਂ ਨਾਲ ਲੜਨਗੇ ਜੋ ਇਸ ਯੁੱਗ ਵਿੱਚ ਵੀ ਬਿਲਾਮ ਦੀ ਸਿੱਖਿਆ ਨੂੰ ਮੰਨਦੇ ਹਨ। ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਰ ਆਪਣਾ ਕ੍ਰੋਧ ਪ੍ਰਗਟ ਕਰਨਗੇ। ਜਦੋਂ ਅਜਿਹੇ ਲੋਕ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਣਗੇ ਤਦ ਕੀ ਉਹਨਾਂ ਨੂੰ ਸਵਰਗ ਭੇਜਿਆ ਜਾਵੇਗਾ ਜਾਂ ਨਰਕ ਵਿੱਚ ਜਾਣ ਦੀ ਸਜ਼ਾ ਦਿੱਤੀ ਜਾਏਗੀ? ਇਸ ਯੁੱਗ ਵਿੱਚ ਸਾਡੇ ਕੋਲ ਇੱਕ ਸਹੀ ਸਮਝ ਹੋਣੀ ਚਾਹੀਦੀ ਹੈ ਤਾਂ ਜੋ ਅਸੀਂ ਹਮੇਸ਼ਾ ਪਰਮੇਸ਼ਰ ਦੀ ਚੰਗੀ ਅਤੇ ਕੋਮਲ ਇੱਛਾ ਦਾ ਪਾਲਨ ਕਰ ਸਕੀਏ ਅਤੇ ਪਰਮੇਸ਼ਰ ਦੇ ਧਰਮੀ ਮਾਰਗ ਉੱਤੇ ਚੱਲ ਸਕੀਏ। ਉਹਨਾਂ ਵਿੱਚੋਂ ਇੱਕ ਜਿਨ੍ਹਾਂ ਉੱਤੇ ਪਰਮੇਸ਼ਰ ਆਪਣਾ ਕ੍ਰੋਧ ਬਰਸਾਉਣਗੇ ਜਦੋਂ ਉਹ ਪਰਮੇਸ਼ਰ ਦੇ ਨਿਆਂ ਦੇ ਸਿੰਘਾਸਨ ਦੇ ਸਾਹਮਣੇ ਖੜੇ ਹੋਣਗੇ, ਇਜ਼ਬਲ ਅਤੇ ਆਹਾਬ ਹਨ। ਆਹਾਬ ਇਜ਼ਰਾਈਲ ਦਾ ਰਾਜਾ ਸੀ। ਇਜ਼ਬਲ ਰਾਜਾ ਆਹਾਬ ਦੀ ਪਤਨੀ ਸੀ। ਕਿਰਪਾ ਕਰਕੇ ਯਾਦ ਰੱਖੋ ਕਿ ਉਹਨਾਂ ਨੇ ਕਿਸ ਤਰ੍ਹਾਂ ਦੇ ਬੁਰੇ ਕੰਮ ਕੀਤੇ ਤਾਂ ਜੋ ਅਸੀਂ ਇਹ ਸੋਚਦੇ ਹੋਏ ਵਿਸ਼ਵਾਸ ਦਾ ਜੀਵਨ ਜੀ ਸਕੀਏ। ਸਾਨੂੰ ਆਪਣਾ ਜੀਵਨ ਉਸੇ ਤਰ੍ਹਾਂ ਨਹੀਂ ਜਿਉਣਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਬਿਤਾਇਆ ਸੀ। ਆਓ ਅਸੀਂ ਪਹਿਲਾ ਰਾਜਿਆਂ ਅਧਿਆਇ 16 ਉੱਤੇ ਜਾਈਏ।
ਅਧਿਆਇ 16 ਵਚਨ 29 ਕਹਿੰਦਾ ਹੈ, ਯਹੂਦਾ ਦੇ ਪਾਤਸ਼ਾਹ ਆਸਾ ਦੇ 38ਵੇਂ ਵਰੇ ਵਿੱਚ ਆਮਰੀ ਦਾ ਪੁੱਤਰ ਆਹਾਬ ਇਸਰਾਇਲ ਉੱਤੇ ਰਾਜ ਕਰਨ ਲੱਗਾ ਅਤੇ ਆਮਰੀ ਦਾ ਪੁੱਤਰ ਆਹਾਬ ਇਸਰਾਇਲ ਉੱਤੇ ਸਮਰੀਆ ਵਿੱਚ 22 ਵਰੇ ਰਾਜ ਕਰਦਾ ਰਿਹਾ। ਅਤੇ ਆਮਰੀ ਦੇ ਪੁੱਤਰ ਆਹਾਬ ਨੇ ਯਹੋਵਾ ਦੇ ਵੇਖਣ ਵਿੱਚ ਆਪਣੇ ਸਾਰੇ ਅਗਲਿਆਂ ਨਾਲੋਂ ਵਧੇਕ ਬਦੀ ਕੀਤੀ। ਤਾਂ ਇਹ ਹੋਇਆ ਕਿ ਨਬਾਟ ਦੇ ਪੁੱਤਰ ਯਰੋਬਾਮ ਦੇ ਪਾਪਾਂ ਵਿੱਚ ਚੱਲਣਾ ਹਲਕੀ ਜਿਹੀ ਗੱਲ ਜਾਣ ਕੇ ਉਹਨੇ ਸਿਦੋਨੀਆ ਦੇ ਰਾਜਾ ਅਤਬਾਲ ਦੀ ਧੀ ਇਜ਼ਬਲ ਨੂੰ ਵਿਆਹ ਲਿਆ ਅਤੇ ਜਾ ਕੇ ਬਾਲ ਦੀ ਪੂਜਾ ਕੀਤੀ ਅਤੇ ਉਸ ਦੇ ਅੱਗੇ ਮੱਥਾ ਟੇਕਿਆ। ਵਚਨ 32, ਨਾਲੇ ਉਹਨੇ ਬਾਲ ਲਈ ਬਾਲ ਦੇ ਭਵਨ ਵਿੱਚ ਜੋ ਉਹਨੇ ਸਮਰੀਆ ਵਿੱਚ ਬਣਾਇਆ ਇੱਕ ਜਗ ਵੇਦੀ ਬਣਾਈ ਅਤੇ ਆਹਾਬ ਨੇ ਇੱਕ ਟੁੰਡ ਬਣਾਇਆ। ਸੋ ਆਹਾਬ ਨੇ ਯਹੋਵਾ ਇਸਰਾਇਲ ਦੇ ਪਰਮੇਸ਼ਰ ਨੂੰ ਉਹਨਾਂ ਸਭਨਾ ਇਸਰਾਇਲੀ ਪਾਤਸ਼ਾਹ ਨਾਲੋਂ ਜੋ ਉਸ ਤੋਂ ਪਹਿਲਾਂ ਸਨ ਵਧੇਕ ਕ੍ਰੋਧ ਚੜਾਇਆ। ਅੰਤ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਰ ਨੇ ਉਹਨਾਂ ਨੂੰ ਇਸ ਧਰਤੀ ਉੱਤੇ ਵੀ ਉਹਨਾਂ ਦੇ ਬੁਰੇ ਕੰਮਾਂ ਲਈ ਸਜ਼ਾ ਦਿੱਤੀ। ਇਜ਼ਬਲ ਨੂੰ ਇੱਕ ਦੁਖਦਾਈ ਮੌਤ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਖਿੜਕੀ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਫਿਰ ਉਸ ਦੀ ਲਾਸ਼ ਨੂੰ ਕੁੱਤਿਆਂ ਨੇ ਖਾਧਾ। ਇਸ ਤਰ੍ਹਾਂ ਉਸ ਨੂੰ ਮਾਰ ਦਿੱਤਾ ਗਿਆ। ਇਸ ਧਰਤੀ ਉੱਤੇ ਜੋ ਕੁਝ ਵੀ ਅਸੀਂ ਦੇਖ ਸਕਦੇ ਹਾਂ ਅਤੇ ਮਹਿਸੂਸ ਕਰ ਸਕਦੇ ਹਾਂ, ਪਰਮੇਸ਼ਰ ਨੇ ਉਸ ਦੀ ਵਰਤੋਂ ਕਰਕੇ ਉਹਨਾਂ ਲੋਕਾਂ ਦੀ ਸਜ਼ਾ ਬਾਰੇ ਦੱਸਿਆ। ਆਓ ਅਸੀਂ ਦੂਸਰਾ ਰਾਜਿਆਂ ਅਧਿਆਇ 9 ਵਚਨ 8 ਪੜ੍ਹੀਏ। ਆਹਾਬ ਦੇ ਸਾਰੇ ਘਰਾਣੇ ਦਾ ਨਾਸ਼ ਹੋਵੇਗਾ ਔਰ ਮੈਂ ਆਹਾਬ ਤੋਂ ਹਰ ਮੁੰਡੇ ਨੂੰ ਨਾਲੇ ਇਸਰਾਇਲ ਵਿੱਚ ਹਰ ਬੰਦੂਏ ਨੂੰ ਔਰ ਹਰ ਆਜ਼ਾਦ ਨੂੰ ਕੱਟ ਦਿਆਂਗਾ ਅਤੇ ਮੈਂ ਆਹਾਬ ਦੇ ਘਰ ਨੂੰ ਨਬਾਤ ਦੇ ਪੁੱਤਰ ਯਾਰਾਬੁਆਮ ਦੇ ਘਰ ਔਰ ਅਹੀਆ ਦੇ ਪੁੱਤਰ ਬਾਦਸ਼ਾਹ ਦੇ ਘਰ ਵਾਂਗ ਕਰ ਛੱਡਾਂਗਾ ਔਰ ਇਜ਼ਬਲ ਨੂੰ ਯਜਰੇਲ ਦੀ ਭੂਮੀ ਵਿੱਚ ਕੁੱਤੇ ਖਾਣਗੇ ਔਰ ਉਹ ਉਹਨਾਂ ਨੂੰ ਦੱਬਣ ਵਾਲਾ ਉੱਥੇ ਕੋਈ ਨਾ ਹੋਵੇਗਾ। ਫਿਰ ਉਹ ਬੂਹਾ ਖੋਲ ਕੇ ਨੱਸ ਗਿਆ। ਜਦੋਂ ਪਰਮੇਸ਼ਰ ਦੀ ਇੱਛਾ ਪਹੁੰਚਾਈ ਗਈ ਸੀ, ਇਸ ਭਿਆਨਕ ਘਟਨਾ ਬਾਰੇ ਇੱਕ ਭਵਿੱਖਬਾਣੀ ਹੋਈ ਸੀ ਕਿ ਕੁੱਤੇ ਇਜ਼ਬਲ ਨੂੰ ਖਾਣਗੇ। ਉਹਨਾਂ ਦੁਸ਼ਟ ਕੰਮਾਂ ਵਿੱਚੋਂ ਇੱਕ ਜੋ ਇਜ਼ਬਲ ਅਤੇ ਆਹਾਬ ਨੇ ਕੀਤੇ, ਨਾਬੋਤ ਤੋਂ ਅੰਗੂਰੀ ਬਾਗ ਲੈਣਾ ਸੀ, ਹੈ ਨਾ। ਆਓ ਪਹਿਲਾ ਰਾਜਿਆਂ ਅਧਿਆਇ 21 ਵਚਨ 1 ਨੂੰ ਪੜ੍ਹੀਏ। ਤਾਂ ਇਹ ਹੋਇਆ ਕਿ ਇਹਨਾਂ ਗੱਲਾਂ ਦੇ ਪਿੱਛੋਂ ਨਾਬੋਤ ਇਸਰਾਏਲ ਦੇ ਕੋਲ ਅੰਗੂਰਾਂ ਦਾ ਬਾਗ ਸੀ, ਜਿਹੜਾ ਇਜ਼ਰਾਇਲੀ ਵਿੱਚ ਅਤੇ ਸਾਮਰੀਆ ਦੇ ਪਾਤਸ਼ਾਹ ਆਹਾਬ ਦੇ ਮਹਿਲ ਦੇ ਨਾਲ ਲੱਗਵਾ ਸੀ। ਆਹਾਬ ਨਾਬੋਤ ਨੂੰ ਬੋਲਿਆ ਕਿ ਆਪਣਾ ਅੰਗੂਰੀ ਬਾਗ ਮੈਨੂੰ ਦੇ ਦੇ, ਭਾਈ ਇਹ ਮੇਰੇ ਲਈ ਇੱਕ ਸਬਜ਼ੀ ਦਾ ਬਾਗ ਹੋਵੇ, ਕਿਉਂ ਜੋ ਉਹ ਮੇਰੇ ਘਰ ਦੇ ਨਾਲ ਲੱਗਵਾ ਹੈ ਅਤੇ ਮੈਂ ਤੈਨੂੰ ਉਹਦੇ ਥਾਂ ਇੱਕ ਚੰਗਾ ਅੰਗੂਰੀ ਬਾਗ ਦੇ ਦਿਆਂਗਾ ਅਤੇ ਜੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤਾਂ ਮੈਂ ਤੈਨੂੰ ਉਹਦੇ ਲਈ ਚਾਂਦੀ ਦਿਆਂਗਾ। ਤਾਂ ਨਾਬੋਤ ਨੇ ਆਹਾਬ ਨੂੰ ਆਖਿਆ ਕਿ ਯਹੋਵਾ ਇਹ ਮੈਥੋਂ ਦੂਰ ਰੱਖੇ ਕਿ ਮੈਂ ਆਪਣੇ ਪਿਓ ਦਾਦਿਆਂ ਦੀ ਮਿਰਾਸ ਤੁਹਾਨੂੰ ਦੇਵਾਂ। ਤਾਂ ਆਹਾਬ ਆਪਣੇ ਘਰ ਨੂੰ ਗਿਆ। ਉਹ ਉਸ ਗੱਲ ਤੋਂ ਗੁੱਸੇ ਵਿੱਚ ਵਟਿਆ ਕੁੱਟਿਆ ਹੋਇਆ ਸੀ ਜੋ ਇਸਰਾਏਲੀ ਨਾਬੋਤ ਨੇ ਉਹਨੂੰ ਆਖੀ ਸੀ, ਭਾਈ ਮੈਂ ਤੁਹਾਨੂੰ ਆਪਣੇ ਪਿਓ ਦਾਦਿਆਂ ਦੀ ਮਿਰਾਸ ਨਹੀਂ ਦਿਆਂਗਾ। ਉਹ ਆਪਣੇ ਪਲੰਗ ਉੱਤੇ ਆ ਪਿਆ ਅਤੇ ਮੂੰਹ ਵੱਟ ਛੱਡਿਆ ਔਰ ਰੋਟੀ ਨਾ ਖਾਧੀ। ਤਾਂ ਉਹਦੀ ਰਾਣੀ ਇਜ਼ਬੇਲ ਉਹਦੇ ਕੋਲ ਆਈ ਅਤੇ ਉਹਨੂੰ ਬੋਲੀ, ਤੇਰੀ ਰੂਹ ਕਿਉਂ ਉਦਾਸੀ ਵਿੱਚ ਹੈ, ਸੋ ਤੇ ਰੋਟੀ ਨਹੀਂ ਖਾਧੀ। ਉਹ ਉਸ ਨੂੰ ਬੋਲਿਆ ਕਿ ਮੈਂ ਇਸਰਾਇਲੀ ਨਾਬੋਤ ਨਾਲ ਗੱਲ ਕੀਤੀ ਸੀ ਅਤੇ ਮੈਂ ਉਸ ਨੂੰ ਆਖਿਆ ਸੀ, ਭਾਈ ਤੂੰ ਆਪਣਾ ਅੰਗੂਰੀ ਬਾਗ ਮੈਨੂੰ ਚਾਂਦੀ ਲੈ ਕੇ ਦੇ ਦੇ ਅਤੇ ਜਾਂ ਜੇ ਤੈਨੂੰ ਪਸੰਦ ਹੋਵੇ ਤਾਂ ਮੈਂ ਤੈਨੂੰ ਉਹਦੇ ਥਾਂ ਇੱਕ ਹੋਰ ਅੰਗੂਰੀ ਬਾਗ ਦੇ ਦਿੰਦਾ ਹਾਂ। ਪਰ ਉਸ ਨੇ ਆਖਿਆ, ਮੈਂ ਤੁਹਾਨੂੰ ਆਪਣਾ ਅੰਗੂਰੀ ਬਾਗ ਨਹੀਂ ਦਿਆਂਗਾ। ਤਾਂ ਉਹਦੀ ਰਾਣੀ ਇਜ਼ਬਲ ਨੇ ਉਹਨੂੰ ਆਖਿਆ, ਕੀ ਤੂੰ ਇਸ ਵੇਲੇ ਇਸਰਾਇਲ ਉੱਤੇ ਰਾਜ ਕਰਦਾ ਹੈ? ਉੱਠ, ਰੋਟੀ ਖਾ ਤੇ ਆਪਣਾ ਮਨ ਭਾਉਂਦਾ ਭੋਗ ਵਿਲਾਸ ਕਰ। ਮੈਂ ਤੈਨੂੰ ਇਜ਼ਬੇਲੀ ਨਾਬੋਤ ਦਾ ਅੰਗੂਰੀ ਬਾਗ ਲੈ ਦਿੰਦੀ ਹਾਂ। ਸੋ ਉਸ ਨੇ ਆਹਾਬ ਦੇ ਨਾਂ ਉੱਤੇ ਪਰਵਾਨੇ ਲਿਖੇ ਅਤੇ ਉਹਨਾਂ ਉੱਤੇ ਉਹਦੀ ਮੋਹਰ ਲਾਈ। ਉਹ ਉਹਨਾਂ ਬਜ਼ੁਰਗਾਂ ਅਤੇ ਭਲੇ ਲੋਕਾਂ ਨੂੰ ਕੱਲੇ ਜਿਹੜੇ ਉਹਦੇ ਸ਼ਹਿਰੀ ਸਨ ਅਤੇ ਨਾਬੋਤ ਦੇ ਨੇੜੇ ਵਸਦੇ ਸਨ। ਤਾਂ ਉਸ ਨੇ ਪਰਵਾਨਿਆਂ ਵਿੱਚ ਲਿਖਿਆ ਕਿ ਵਰਤ ਦੀ ਡੋਂਡੀ ਫਿਰਾਓ ਅਤੇ ਨਾਬੋਤ ਨੂੰ ਲੋਕਾਂ ਦੇ ਸਿਰ ਉੱਤੇ ਬਿਠਾਓ। ਤਾਂ ਸ਼ੈਤਾਨ ਦੇ ਪੁੱਤਰਾਂ ਵਿੱਚੋਂ 2 ਮਨੁੱਖਾਂ ਨੂੰ ਉਸ ਦੇ ਸਾਹਮਣੇ ਬਿਠਾਓ। ਉਹ ਗਵਾਹੀ ਦੇਣ ਕਿ ਤੂੰ ਪਰਮੇਸ਼ਰ ਤੇ ਪਾਤਸ਼ਾਹ ਨੂੰ ਦੁਰਵਚਨ ਬੋਲਿਆ ਹੈ। ਤਾਂ ਉਹ ਉਸ ਨੂੰ ਬਾਹਰ ਲੈ ਜਾ ਕੇ ਪਥਰਾਵ ਕਰਨ ਕਿ ਉਹ ਮਰ ਜਾਵੇ। ਇਹ ਇਜ਼ਬਲ ਦੀ ਬੁਰੀ ਯੋਜਨਾ ਸੀ। ਇਜ਼ਬਲ ਨੇ ਰਾਜਾ ਆਹਾਬ ਲਈ ਨਾਬੋਤ ਨੂੰ ਮਾਰਨ ਅਤੇ ਉਸ ਦਾ ਅੰਗੂਰੀ ਬਾਗ ਲੈਣ ਲਈ ਇੱਕ ਦੁਸ਼ਟ ਯੋਜਨਾ ਬਣਾਈ, ਕਿਉਂਕਿ ਉਸ ਦਾ ਅੰਗੂਰੀ ਬਾਗ ਉਸ ਦੀ ਮੌਤ ਤੋਂ ਬਾਅਦ ਕਿਸੇ ਦਾ ਨਹੀਂ ਹੁੰਦਾ। ਇਸ ਲਈ ਉਸਨੇ ਆਪਣੀ ਬੁਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਆਓ ਅਸੀਂ ਵਚਨ 11 ਨਾਲ ਜਾਰੀ ਰੱਖੀਏ। ਸੋ ਉਹਦੇ ਸ਼ਹਿਰ ਦੇ ਲੋਕਾਂ ਨੇ ਅਰਥਾਤ ਬਜ਼ੁਰਗਾਂ ਅਤੇ ਭਲੇ ਲੋਕਾਂ ਜੋ ਉਹਦੇ ਸ਼ਹਿਰ ਦੇ ਵਾਸੀ ਸਨ, ਜਿਵੇਂ ਇਜ਼ਬੈਲ ਨੇ ਉਹਨਾਂ ਨੂੰ ਸੁਨੇਹਾ ਘੱਲਿਆ ਸੀ ਅਤੇ ਜਿਵੇਂ ਉਹਨਾਂ ਪਰਵਾਨਿਆਂ ਵਿੱਚ ਲਿਖਿਆ ਸੀ, ਜੋ ਉਸ ਉਹਨਾਂ ਨੂੰ ਘੱਲੇ ਤਿਵੇਂ ਹੀ ਕੀਤਾ।
ਉਹਨਾਂ ਨੇ ਵਰਤ ਦੀ ਡੋਂਡੀ ਫਰਾਈ ਅਤੇ ਨਾਬੋਤ ਨੂੰ ਲੋਕਾਂ ਵਿੱਚ ਉੱਚਾ ਕਰਕੇ ਬਿਠਾਇਆ। ਤਾਂ ਦੋ ਸ਼ੈਤਾਨੀ ਮਨੁੱਖ ਅੰਦਰ ਆਏ ਅਤੇ ਉਸ ਦੇ ਸਾਹਮਣੇ ਬੈਠ ਗਏ। ਤਾਂ ਇਹਨਾਂ ਸ਼ੈਤਾਨੀ ਮਨੁੱਖਾਂ ਨੇ ਉਸ ਦੇ ਉੱਤੇ ਅਰਥਾਤ ਨਾਬੋਤ ਉੱਤੇ ਲੋਕਾਂ ਦੇ ਅੱਗੇ ਗਵਾਹੀ ਦਿੱਤੀ ਕਿ ਨਾਬੋਤ ਨੇ ਪਰਮੇਸ਼ਵਰ ਤੇ ਪਾਤਸ਼ਾਹ ਨੂੰ ਦੁਰਬਚਨ ਆਖੇ ਹਨ। ਤਾਂ ਉਹ ਉਸ ਨੂੰ ਸ਼ਹਿਰੋਂ ਬਾਹਰ ਲੈ ਆਏ ਅਤੇ ਉਸ ਨੂੰ ਪਥਰਾਵ ਕਰਕੇ ਮਾਰ ਸੁੱਟਿਆ। ਤਾਂ ਉਹਨਾਂ ਨੇ ਇਜ਼ਬਲ ਨੂੰ ਕਹਿ ਕੱਲਿਆ ਕਿ ਨਾਬੋਤ ਨੂੰ ਪਥਰਾਵ ਕੀਤਾ ਗਿਆ ਔਰ ਉਹ ਮਰ ਗਿਆ ਹੈ। ਤਾਂ ਇਉਂ ਹੋਇਆ ਕਿ ਜਦ ਇਜ਼ਬਲ ਨੇ ਸੁਣਿਆ ਕਿ ਨਾਬੋਤ ਉੱਤੇ ਪਥਰਾਵ ਕੀਤਾ ਗਿਆ ਅਤੇ ਉਹ ਮਰ ਗਿਆ ਹੈ, ਤਾਂ ਇਜ਼ਬਲ ਨੇ ਆਹਾਬ ਨੂੰ ਆਖਿਆ, ਉੱਠ ਅਤੇ ਇਜ਼ਰਾਈਲੀ ਨਾਬੋਤ ਦੇ ਅੰਗੂਰੀ ਬਾਗ ਨੂੰ ਕਬਜ਼ੇ ਵਿੱਚ ਲੈ, ਜਿਹੜਾ ਉਹ ਤੈਨੂੰ ਚਾਂਦੀ ਲੈ ਕੇ ਦੇਣਾ ਨਹੀਂ ਚਾਹੁੰਦਾ ਸੀ, ਕਿਉਂ ਜੋ ਨਾਬੋਤ ਜਿੰਦਾ ਨਹੀਂ ਸਗੋਂ ਉਹ ਤਾਂ ਮਰ ਗਿਆ ਹੈ। ਅਤੇ ਇਉਂ ਹੋਇਆ ਕਿ ਜਦ ਆਹਾਬ ਨੇ ਸੁਣਿਆ ਕਿ ਨਾਬੋਤ ਮਰ ਗਿਆ, ਤਾਂ ਆਹਾਬ ਉੱਠਿਆ ਕਿ ਨਾਬੋਤ ਇਜ਼ਰਾਈਲੀ ਦੇ ਅੰਗੂਰੀ ਬਾਗ ਉੱਤੇ ਕਬਜ਼ਾ ਕਰਨ ਲਈ ਹੇਠਾਂ ਜਾਵੇ। ਇਸ ਘਟਨਾ ਰਾਹੀਂ ਕਿ ਕਿਵੇਂ ਰਾਜਾ ਆਹਾਬ ਅਤੇ ਇਜ਼ਬੈਲ ਨੇ ਨਾਬੋਤ ਤੋਂ ਅੰਗੂਰੀ ਬਾਗ ਲਿਆ। ਪਰਮੇਸ਼ਰ ਨੇ ਭਵਿੱਖਬਾਣੀ ਕੀਤੀ ਕਿ ਚਰਚ ਮੂਰਤੀ ਪੂਜਕਾਂ ਨਾਲ ਇਕਜੁੱਟ ਹੋ ਜਾਏਗਾ। ਨਾਬੋਤ ਪਰਮੇਸ਼ਰ ਦੇ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਦੀ ਸੱਚਾਈ ਦਾ ਪਾਲਨ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਸ਼ੈਤਾਨ ਨੇ ਉਹਨਾਂ ਤੋਂ ਸੱਚਾਈ ਖੋਹਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਉਹਨਾਂ ਨੇ ਦ੍ਰਿੜਤਾ ਨਾਲ ਸੱਚਾਈ ਦਾ ਪਾਲਨ ਕਰਨਾ ਜਾਰੀ ਰੱਖਿਆ, ਇਸ ਲਈ ਸ਼ੈਤਾਨ ਨੇ 313 ਈਸਵੀ ਵਿੱਚ ਮਿਲਾਨ ਦੀ ਰਾਜ ਆਗਿਆ ਦੀ ਘੋਸ਼ਣਾ ਕੀਤੀ ਅਤੇ ਰੋਮਨ ਸਾਮਰਾਜ ਵਿੱਚ ਜਿੱਥੇ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਸੀ, ਚਰਚ ਨੂੰ ਉੱਚਾ ਕੀਤਾ ਗਿਆ, ਜਿਸ ਨਾਲ ਈਸਾਈਆਂ ਨੂੰ ਲੱਗਿਆ ਕਿ ਚਰਚ ਨੂੰ ਹੁਣ ਸੰਸਾਰ ਨੇ ਸਵੀਕਾਰ ਕਰ ਲਿਆ ਹੈ। ਸਾਰੇ ਲੋਕੋ, ਸਾਨੂੰ ਸੰਸਾਰ ਦੁਆਰਾ ਬਹੁਤ ਜ਼ਿਆਦਾ ਸਵੀਕਾਰ ਕੀਤੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਡੇ ਚਰਚ ਨੂੰ ਪਰਮੇਸ਼ਰ ਦੁਆਰਾ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਨਾਬੋਤ ਨੂੰ ਉੱਚਾ ਕਰਨ ਤੋਂ ਬਾਅਦ ਇਜ਼ਬੇਲ ਅਤੇ ਆਹਾਬ ਨੇ ਉਸ ਨਾਲ ਕੀ ਕੀਤਾ? ਉਹਨਾਂ ਨੇ ਉਸ ਨੂੰ ਮਾਰ ਦਿੱਤਾ ਅਤੇ ਉਸ ਦਾ ਅੰਗੂਰੀ ਬਾਗ ਲੈ ਲਿਆ। ਇਹ ਘਟਨਾ ਇੱਕ ਭਵਿੱਖਬਾਣੀ ਸੀ ਕਿ ਇਸ ਧਰਤੀ ਉੱਤੇ ਪਰਮੇਸ਼ਵਰ ਦੀ ਸੱਚਾਈ ਪੂਰੀ ਤਰ੍ਹਾਂ ਨਸ਼ਟ ਹੋ ਜਾਏਗੀ ਅਤੇ ਸੂਰਜ ਦੇਵਤੇ ਦੀ ਉਪਾਸਨਾ ਦੀਆਂ ਰੀਤੀਆਂ ਚਰਚ ਵਿੱਚ ਘੁਸਪੈਠ ਕਰਨਗੀਆਂ। ਪਰਮੇਸ਼ਵਰ ਨੇ ਸਾਨੂੰ ਆਹਾਬ, ਇਜ਼ਬੈਲ ਅਤੇ ਨਾਬੋਤ ਦੇ ਅੰਗੂਰੀ ਬਾਗ ਦੀ ਘਟਨਾ ਦੁਆਰਾ ਚਰਚ ਦੇ ਇਤਿਹਾਸ ਬਾਰੇ ਭਵਿੱਖਬਾਣੀ ਦਿੱਤੀ। ਪਰਮੇਸ਼ਵਰ ਨੇ ਏਲੀਆ ਨੂੰ ਰਾਜਾ ਆਹਾਬ ਕੋਲ ਉਸ ਨੂੰ ਝਿੜਕਣ ਅਤੇ ਇਹ ਦੱਸਣ ਲਈ ਭੇਜਿਆ ਕਿ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦੀ ਬਦੀ ਲਈ ਕਿਵੇਂ ਸਜ਼ਾ ਦੇਣਗੇ। ਆਓ ਅਸੀਂ ਵਚਨ 16 ਨਾਲ ਜਾਰੀ ਰੱਖੀਏ। ਅਤੇ ਇਉਂ ਹੋਇਆ ਕਿ ਜਦ ਆਹਾਬ ਨੇ ਸੁਣਿਆ ਕਿ ਨਾਬੋਤ ਮਰ ਗਿਆ, ਤਾਂ ਆਹਾਬ ਉੱਠਿਆ ਕਿ ਨਾਬੋਤ ਇਜ਼ਰਾਈਲੀ ਦੇ ਅੰਗੂਰੀ ਬਾਗ ਉੱਤੇ ਕਬਜ਼ਾ ਕਰਨ ਲਈ ਹੇਠਾਂ ਜਾਵੇ। ਤਾਂ ਯਹੋਵਾ ਦਾ ਵਚਨ ਏਲੀਆ ਤਿਸ਼ਬੀ ਨੂੰ ਆਇਆ ਕਿ ਉੱਠ ਅਤੇ ਇਸਰਾਇਲ ਦੇ ਪਾਤਸ਼ਾਹ ਆਹਾਬ ਨੂੰ, ਜੋ ਸਮਰੀਆ ਵਿੱਚ ਵਸਦਾ ਹੈ, ਜਾ ਮਿਲ। ਵੇਖ, ਉਹ ਨਾਬੋਤ ਦੇ ਅੰਗੂਰੀ ਬਾਗ ਵਿੱਚ ਹੈ ਅਤੇ ਉਸ ਦਾ ਕਬਜ਼ਾ ਲੈਣ ਨੂੰ ਉੱਥੇ ਗਿਆ ਹੈ। ਤੂੰ ਉਹਨੂੰ ਬੋਲ ਕਿ ਯਹੋਵਾ ਇਉਂ ਫਰਮਾਉਂਦਾ ਹੈ ਕਿ ਤੂੰ ਖੂਨੀ ਬਣਿਆ ਅਤੇ ਕੀ ਕਬਜ਼ਾ ਵੀ ਲਿਆ। ਤੂੰ ਉਹਨੂੰ ਬੋਲ ਕਿ ਯਹੋਵਾ ਇਉਂ ਫਰਮਾਉਂਦਾ ਹੈ ਕਿ ਜਿੱਥੇ ਕੁੱਤਿਆਂ ਨੇ ਨਾਬੋਤ ਦਾ ਲਹੂ ਚੱਟਿਆ, ਉੱਥੇ ਤੇਰਾ ਲਹੂ ਚੱਟਣਗੇ, ਹਾਂ ਤੇਰਾ ਵੀ। ਅੱਗੋਂ ਆਹਾਬ ਨੇ ਏਲੀਆ ਨੂੰ ਆਖਿਆ, ਹੇ ਮੇਰੇ ਦੁਸ਼ਮਣਾ, ਤੈਂ ਮੈਨੂੰ ਲੱਭ ਲਿਆ। ਉਸ ਉੱਤਰ ਦਿੱਤਾ, ਹਾਂ ਲੱਭ ਲਿਆ, ਕਿਉਂ ਜੋ ਤੈਂ ਯਹੋਵਾ ਦੇ ਵੇਖਦਿਆਂ ਤੇ ਬੁਰਾਈ ਕਰਨ ਲਈ ਆਪ ਨੂੰ ਵੇਚ ਦਿੱਤਾ। ਤੂੰ ਵੇਖੇਂਗਾ ਕਿ ਮੈਂ ਤੇਰੇ ਉੱਤੇ ਬੁਰਾਈ ਲਿਆਵਾਂਗਾ ਅਤੇ ਮੈਂ ਤੈਨੂੰ ਝਾੜ ਸੁੱਟਾਂਗਾ ਅਤੇ ਮੈਂ ਆਹਾਬ ਨਾਲੋਂ ਨਰ ਅਤੇ ਇਸਰਾਇਲ ਦੇ ਬੰਦੂਏ ਅਤੇ ਆਜ਼ਾਦ ਵੱਢ ਸੁੱਟਾਂਗਾ। ਇਸ ਲਈ ਅੱਜ ਦੇ ਉਪਦੇਸ਼ ਦੁਆਰਾ ਸਾਨੂੰ ਇਹ ਸਮਝਣਾ ਚਾਹੀਦਾ ਅਤੇ ਮਹਿਸੂਸ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਤੋਂ ਪਰਮੇਸ਼ਰ ਖੁਸ਼ ਨਹੀਂ ਹੁੰਦੇ, ਉਹ ਨਿਆਂ ਦੇ ਪਾਤਰ ਬਣ ਜਾਣਗੇ। ਰਸੂਲਾਂ ਅਤੇ ਨਬੀਆਂ ਨੇ ਸੱਚਾਈ ਦਾ ਪਾਲਨ ਕਰਨ ਲਈ ਉਜਾੜ ਵਿੱਚ, ਪਹਾੜਾਂ ਅਤੇ ਮਰੁਸਥਲ ਵਿੱਚ ਲੁਕ ਕੇ ਵੀ ਅੰਤ ਤੱਕ ਆਪਣਾ ਵਿਸ਼ਵਾਸ ਬਣਾਈ ਰੱਖਿਆ। ਹਾਲਾਂਕਿ ਚਰਚ ਨੇ ਆਖਰਕਾਰ ਸਬਤ ਦੇ ਦਿਨ ਨੂੰ ਐਤਵਾਰ ਅਤੇ ਪਸਾਹ ਨੂੰ ਕ੍ਰਿਸਮਸ ਵਿੱਚ ਬਦਲਦੇ ਹੋਏ ਸੂਰਜ ਦੇਵਤੇ ਦੇ ਧਰਮ ਨੂੰ ਅਪਣਾਇਆ। ਰਾਜਾ ਆਹਾਬ ਅਤੇ ਨਾਬੋਤ ਦੇ ਅੰਗੂਰੀ ਬਾਗ ਦੀ ਘਟਨਾ ਦੁਆਰਾ ਇਸ ਦੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਜਾ ਚੁੱਕੀ ਸੀ ਕਿ ਪਰਮੇਸ਼ਵਰ ਦੇ ਨਿਯੁਕਤ ਸਮੇਂ ਅਤੇ ਵਿਵਸਥਾ ਨੂੰ ਕਿਵੇਂ ਬਦਲਿਆ ਜਾਏਗਾ। ਪਰਮੇਸ਼ਵਰ ਨੇ ਏਲੀਆ ਦੁਆਰਾ ਘੋਸ਼ਣਾ ਕੀਤੀ ਕਿ ਉਹ ਸਾਰੇ ਕਿਵੇਂ ਨਾਸ਼ ਹੋ ਜਾਣਗੇ। ਇਹ ਸਾਨੂੰ ਸਿਖਾਉਣ ਲਈ ਇੱਕ ਉਦਾਹਰਨ ਹੈ। ਜੋ ਲੋਕ ਇਸ ਯੁੱਗ ਵਿੱਚ ਨਵੇਂ ਨੇਮ ਦੀ ਸੱਚਾਈ ਦੀ ਵਿਵਸਥਾ ਦਾ ਪਾਲਨ ਨਹੀਂ ਕਰਦੇ, ਉਹਨਾਂ ਨਾਲ ਕੀ ਹੋਵੇਗਾ। ਜੋ ਲੋਕ ਐਤਵਾਰ ਦੀ ਆਰਾਧਨਾ ਜਾਂ ਕ੍ਰਿਸਮਸ ਮਨਾਉਂਦੇ ਹਨ, ਉਹਨਾਂ ਨੂੰ ਆਹਾਬ ਅਤੇ ਇਜ਼ਬੈਲ ਵਾਂਗ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਇਸ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਰਾਹੀਂ ਸਮਝ ਸਕਦੇ ਹਾਂ। ਇਸ ਲਈ ਪਰਮੇਸ਼ਰ ਨੇ ਕਿਹਾ ਕਿ ਉਹ ਨਿਆਂ ਦੇ ਦਿਨ ਇਹਨਾਂ ਲੋਕਾਂ ਤੋਂ ਖੁਸ਼ ਨਹੀਂ ਹੋਣਗੇ। ਅਜਿਹੇ ਲੋਕ ਹਨ ਜਿਨ੍ਹਾਂ ਦਾ ਜੇਕਰ ਜਨਮ ਨਾ ਹੋਇਆ ਹੁੰਦਾ ਤਦ ਚੰਗਾ ਹੁੰਦਾ। ਉਹਨਾਂ ਵਿੱਚੋਂ ਇੱਕ ਬਿਲਾਮ ਨਾਂ ਦਾ ਵਿਅਕਤੀ ਹੈ
ਜਿਸ ਨੇ ਸੰਸਾਰਿਕ ਸ਼ਕਤੀਆਂ ਵਾਲੇ ਮਨੁੱਖਾਂ ਦੇ ਪੱਖ ਵਿੱਚ ਖੜੇ ਹੋ ਕੇ ਦੁਸ਼ਟ ਸਲਾਹ ਦਿੱਤੀ, ਜਿਸ ਨਾਲ ਪਰਮੇਸ਼ਰ ਦੇ ਲੋਕ ਮੂਰਤੀ ਪੂਜਾ ਅਤੇ ਵਿਨਾਸ਼ ਵਿੱਚ ਡਿੱਗ ਪਏ। ਇਜ਼ਬਲ ਅਤੇ ਆਹਾਬ ਦੇ ਮਾਮਲੇ ਦੁਆਰਾ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਪਰਮੇਸ਼ਰ ਉਹਨਾਂ ਲੋਕਾਂ ਦਾ ਨਿਆਂ ਕਰਨਗੇ ਜੋ ਦੂਸਰੇ ਲੋਕਾਂ ਦੀ ਸੂਰਜ ਦੇਵਤਾ ਦੀ ਉਪਾਸਨਾ ਕਰਨ ਲਈ ਅਗਵਾਈ ਕਰਦੇ ਹਨ। ਆਓ ਅਸੀਂ ਮੱਤੀ ਅਧਿਆਇ 7 ਵਚਨ 20 ਤੇ ਜਾ ਕੇ ਇਸ ਦੀ ਪੁਸ਼ਟੀ ਕਰੀਏ ਕਿ ਯਿਸੂ ਨੇ ਨਿਆਂ ਦੇ ਦਿਨ ਇਸ ਦ੍ਰਿਸ਼ ਬਾਰੇ ਕਿਵੇਂ ਵਿਆਖਿਆ ਕੀਤੀ। ਸੋ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ, ਬਲਕਨ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਉਹਨਾਂ ਲਈ ਜੋ ਪਿਤਾ ਦੀ ਇੱਛਾ ਉੱਤੇ ਚੱਲਦੇ ਹਨ, ਅਰਥਾਤ ਉਹਨਾਂ ਲਈ ਜੋ ਸਵਰਗ ਵਿੱਚ ਪ੍ਰਵੇਸ਼ ਕਰਨਗੇ। ਨਿਆਂ ਦਾ ਦਿਨ ਮੁਕਤੀ ਦਾ ਦਿਨ ਹੋਵੇਗਾ। ਵਚਨ 22 ਕਹਿੰਦਾ ਹੈ, ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ, ਕਿ ਅਸੀਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰਿਓ, ਮੇਰੇ ਕੋਲੋਂ ਚਲੇ ਜਾਓ। ਨਿਆਂ ਦੇ ਦਿਨ ਪਰਮੇਸ਼ਰ ਉਹਨਾਂ ਨੂੰ ਕਹਿਣਗੇ, ਮੈਂ ਤੁਹਾਨੂੰ ਕਦੇ ਨਹੀਂ ਜਾਣਿਆ। ਹੇ ਵਿਵਸਥਾ ਦੀ ਉਲੰਘਣਾ ਕਰਨ ਵਾਲੋ, ਮੇਰੇ ਕੋਲੋਂ ਦੂਰ ਹੋ ਜਾਓ। ਆਓ ਵਚਨ 24 ਨਾਲ ਜਾਰੀ ਰੱਖੀਏ। ਸੋ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹਨੇ ਪੱਥਰ ਉੱਤੇ ਆਪਣਾ ਘਰ ਬਣਾਇਆ। ਜਿਨ੍ਹਾਂ ਲੋਕਾਂ ਨੇ ਚੱਟਾਨ ਉੱਤੇ ਆਪਣਾ ਘਰ ਬਣਾਇਆ ਹੈ, ਇਹ ਉਹ ਹਨ ਜਿਨ੍ਹਾਂ ਦੇ ਵਿਸ਼ਵਾਸ ਦੀ ਨੀਂਹ ਮਸੀਹ ਹੈ। ਇਹ ਬੁੱਧੀਮਾਨ ਲੋਕ ਹਨ। ਵਚਨ 25 ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ, ਪਰ ਉਹ ਨਾ ਡਿੱਗਿਆ ਕਿਉਂਕਿ ਉਹਦੀ ਨਿਉ ਪੱਥਰ ਉੱਤੇ ਧਰੀ ਹੋਈ ਸੀ। ਅਤੇ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ। ਅਤੇ ਮੀਂਹ ਵਰਿਆ ਅਤੇ ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਡਹਿ ਪਿਆ ਅਤੇ ਉਹਦਾ ਵੱਡਾ ਨਾਸ਼ ਹੋਇਆ। ਅਤੇ ਇਹ ਹੋਇਆ ਕਿ ਜਾਂ ਯਿਸੂ ਇਹ ਗੱਲਾਂ ਕਰ ਹਟਿਆ ਤਾਂ ਭੀੜ ਉਹਦੇ ਉਪਦੇਸ਼ ਤੋਂ ਹੈਰਾਨ ਹੋਈ। ਅਜੇ ਵੀ ਅਜਿਹੇ ਲੋਕ ਹਨ ਜੋ ਪਰਮੇਸ਼ਰ ਦੀ ਸੱਚਾਈ ਅਤੇ ਨਿਯਮਾਂ ਦਾ ਸਹੀ ਢੰਗ ਨਾਲ ਪਾਲਨ ਨਹੀਂ ਕਰਦੇ, ਭਾਵੇਂ ਉਹਨਾਂ ਨੇ ਪਰਮੇਸ਼ਰ ਨੂੰ ਇਹ ਕਹਿੰਦੇ ਸੁਣਿਆ ਹੈ, ਹੇ ਵਿਵਸਥਾ ਦਾ ਉਲੰਘਣ ਕਰਨ ਵਾਲਿਓ, ਮੇਰੇ ਕੋਲੋਂ ਦੂਰ ਹੋ ਜਾਓ। ਪਰ ਅਜਿਹੇ ਲੋਕ ਵੀ ਹਨ ਜੋ ਪਰਮੇਸ਼ਰ ਦੀ ਸੱਚਾਈ ਅਤੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਦੇ ਹਨ। ਪਹਿਲੇ ਸਮੂਹ ਦੇ ਲੋਕ ਪਰਮੇਸ਼ਰ ਦੇ ਕ੍ਰੋਧ ਦੇ ਅਧੀਨ ਹੋਣਗੇ। ਜਦੋਂ ਦੂਸਰੇ ਸਮੂਹ ਦੇ ਲੋਕਾਂ ਨੇ ਦੇਖਿਆ ਕਿ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਕਿਵੇਂ ਬਾਹਰ ਕੱਢਣਗੇ ਜੋ ਵਿਵਸਥਾ ਦਾ ਉਲੰਘਣ ਕਰਦੇ ਹਨ, ਤਦ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਨੂੰ ਪਰਮੇਸ਼ਰ ਦੀ ਸੱਚਾਈ ਅਤੇ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਹੈ। ਇਹਨਾਂ ਲੋਕਾਂ ਨੇ ਆਪਣਾ ਵਿਸ਼ਵਾਸ ਕਿਸ ਉੱਤੇ ਬਣਾਇਆ? ਉਹਨਾਂ ਨੇ ਚੱਟਾਨ ਉੱਤੇ ਆਪਣਾ ਵਿਸ਼ਵਾਸ ਬਣਾਇਆ। ਉਹਨਾਂ ਨੇ ਮਸੀਹ ਦੀਆਂ ਸਾਰੀਆਂ ਸਿੱਖਿਆਵਾਂ ਨੂੰ ਸਵੀਕਾਰ ਕੀਤਾ, ਵਿਸ਼ਵਾਸ ਕੀਤਾ ਅਤੇ ਉਹਨਾਂ ਦੀ ਪਾਲਣਾ ਕੀਤੀ ਜੋ ਚੱਟਾਨ ਹਨ। ਉਹਨਾਂ ਨੇ ਮਹਿਸੂਸ ਕੀਤਾ ਕਿ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਪਰਮੇਸ਼ਰ ਦੀਆਂ ਵਿਧੀਆਂ, ਨਿਯਮਾਂ ਅਤੇ ਵਿਵਸਥਾ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਯੁੱਗ ਵਿੱਚ ਵੀ ਮੁਕਤੀ ਦਾ ਦਿਨ ਅਤੇ ਨਿਆਂ ਦਾ ਦਿਨ ਨੇੜੇ ਆ ਰਿਹਾ ਹੈ। ਸਾਡੇ ਆਲੇ ਦੁਆਲੇ ਅਜੇ ਵੀ ਅਣਗਿਣਤ ਲੋਕ ਹਨ ਜੋ ਨਿਆਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਹਨ। ਪਰ ਅਸੀਂ ਉਸ ਸੱਚਾਈ ਵਿੱਚ ਬੁਲਾਏ ਜਾ ਕੇ ਜਿੱਥੇ ਆਤਮਾ ਤੇ ਲਾੜੀ ਨੇ ਸਾਨੂੰ ਆਉਣ ਦਾ ਸੱਦਾ ਦਿੱਤਾ ਹੈ, ਸਵਰਗੀ ਪਿਤਾ ਅਤੇ ਮਾਤਾ ਜੀ ਨੂੰ ਸਵੀਕਾਰ ਕੀਤਾ ਹੈ ਅਤੇ ਹੁਣ ਨਵੇਂ ਨੇਮ ਦੇ ਸਾਰੀ ਸੱਚਾਈ ਪ੍ਰਾਪਤ ਕਰ ਰਹੇ ਹਨ। ਅਸੀਂ ਕੁਧਰਮ ਦਾ ਨਹੀਂ ਪਰ ਸੱਚਾਈ ਦੀ ਪਾਲਣਾ ਕਰਦੇ ਹਾਂ, ਜਿਸ ਨਾਲ ਪਰਮੇਸ਼ਰ ਖੁਸ਼ ਹੁੰਦੇ ਹਨ। ਆਖਰੀ ਘੜੀ ਵਿੱਚ ਅਸੀਂ ਇੱਕ ਪਲ ਵਿੱਚ ਬਦਲ ਜਾਵਾਂਗੇ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੋ ਲੋਕ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਦੇ ਭਵਿੱਖ ਅਤੇ ਸਾਡੇ ਵਡਿਆਈ ਭਰੇ ਭਵਿੱਖ ਵਿਚਕਾਰ ਕਿੰਨਾ ਵੱਡਾ ਫਰਕ ਹੋਵੇਗਾ? ਕਿਉਂਕਿ ਅਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹਾਂ ਅਤੇ ਉਹਨਾਂ ਦੀ ਵਿਵਸਥਾ ਦਾ ਇਮਾਨਦਾਰੀ ਨਾਲ ਪਾਲਨ ਕਰਦੇ ਹਾਂ। ਇਸ ਲਈ ਸਾਨੂੰ ਧਨੀ ਆਦਮੀ ਅਤੇ ਲਾਜ਼ਰ ਦੇ ਦ੍ਰਿਸ਼ਟਾਂਤ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਜਿੱਥੇ ਲਾਜ਼ਰ ਸਵਰਗ ਵਿੱਚ ਗਿਆ ਅਤੇ ਧਨੀ ਆਦਮੀ ਨਰਕ ਗਿਆ। ਸਾਨੂੰ ਹੋਰ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਸੋਚਣਾ ਚਾਹੀਦਾ ਹੈ, ਮੈਂ ਪਰਮੇਸ਼ਰ ਨੂੰ ਖੁਸ਼ ਕਰਨ ਲਈ ਕੀ ਕਰ ਸਕਦਾ ਹਾਂ ਤਾਂ ਜੋ ਅਸੀਂ ਪਰਮੇਸ਼ਰ ਦੇ ਸਾਹਮਣੇ ਧਰਮੀਆਂ ਦੇ ਰੂਪ ਵਿੱਚ ਖੜੇ ਹੋ ਸਕੀਏ। ਹਰ ਦਿਨ ਸਾਨੂੰ ਪਰਮੇਸ਼ਰ ਨੂੰ ਕ੍ਰੋਧਿਤ ਨਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੇ ਦਿਨ ਉਹਨਾਂ ਦੇ ਕ੍ਰੋਧ ਦੇ ਅਧੀਨ ਨਹੀਂ ਲੰਘਣੇ ਚਾਹੀਦੇ। ਜਦੋਂ ਅਸੀਂ ਸਵਰਗ ਵਿੱਚ ਸੀ ਤਦ ਅਸੀਂ ਪਹਿਲਾਂ ਹੀ ਬਹੁਤ ਸਾਰੇ ਬੁਰੇ ਕੰਮ ਕੀਤੇ ਜੋ ਪਰਮੇਸ਼ਰ ਨੂੰ ਕ੍ਰੋਧਿਤ ਕਰ ਸਕਦੇ ਸੀ। ਇਸ ਲਈ ਸਾਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ। ਇਸ ਲਈ ਹੁਣ ਤੋਂ ਆਓ ਅਸੀਂ ਹਰ ਦਿਨ ਉਸ ਤਰੀਕੇ ਨਾਲ ਜੀਵੀਏ ਜੋ ਪਰਮੇਸ਼ਰ ਦੀ ਵਡਿਆਈ ਸੁਣਨ ਦੇ ਯੋਗ ਹੋਵੇ, ਜੋ ਕਹਿੰਦਾ ਹੈ ਤੁਸੀਂ ਸੱਚਮੁੱਚ ਮੇਰੀ ਸੰਤਾਨ ਹੋ
되셔서 영원한 ਇਸ ਆਸ਼ੀਸ਼ਿਤ ਸਬਤ ਦੇ ਦਿਨ ਆਓ ਅਸੀਂ ਐਲੋਹਿਮ ਪਰਮੇਸ਼ਵਰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਸੰਦੀਪਕ ਵਡਿਆਈ ਅਤੇ ਮਹਿਮਾ ਚੜਾਈਏ ਜਿਨ੍ਹਾਂ ਨੇ ਸਾਨੂੰ ਜਗਾਇਆ ਅਤੇ ਸਾਨੂੰ ਉਸ ਸ਼ਾਨਦਾਰ ਮਾਰਗ ਉੱਤੇ ਚੱਲਣ ਦੀ ਇਜਾਜ਼ਤ ਦਿੱਤੀ ਜੋ ਸਾਨੂੰ ਸੰਦੀਪਕ ਸਵਰਗ ਦੇ ਰਾਜ ਵਿੱਚ ਲੈ ਜਾਏਗਾ। 시간이 되길 ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।